ਬੇਟੇ ਕੱਲ੍ਹ ਕਈ ਬੱਚਿਆਂ ਦੇ ਡਾਊਟ ਸੀਗੇ ਕਿ ਜ਼ੀਨੋਨ ਦੇ ਕੰਪਾਊਂਡਸ ਦੀਆਂ ਹਾਈਬ੍ਰਿਡੇਸ਼ਨ ਸਮਝ ਨਹੀਂ ਆਈਆਂ, ਤਾਂ ਮੈਂ ਤੁਹਾਨੂੰ ਹਾਈਬ੍ਰਿਡੇਸ਼ਨ ਸਮਝਾ ਰਹੀ ਹਾਂ। ਜ਼ੀਨੋਨ ਹੈਕਸਾਫਲੋਰਾਈਡ XeF6, ਇਹਦੀ ਕਨਫੀਗਰੇਸ਼ਨ ਜ਼ੀਨੋਨ ਦੀ ਆਪਣੇ ਕੋਲ ਹੁੰਦੀ ਹੈ ਗਰਾਊਂਡ ਸਟੇਟ ਦੇ ਵਿੱਚ 5s2 5p6 ਅਤੇ 5d ਔਰਬਿਟਲਸ ਐਮਪਟੀ ਹੁੰਦੇ ਆ। ਤਾਂ ਜ਼ੀਨੋਨ ਦੀ ਐਕਸਾਈਟਿਡ ਸਟੇਟ ਆ ਗਈ ਜਿਹੜੀ, ਉਹ ਕਿਹੜੀ ਆ ਗਈ 5s2, 6 ਲਾਣੇ ਆ ਨਾ ਆਪਾਂ ਫਲੋਰੀਨ, ਤਾਂ 3 ਇਲੈਕਟ੍ਰੋਨ ਅਗਲੇ ਵਿੱਚ ਚਲੇ ਜਾਣਗੇ, D5D ਦੇ ਵਿੱਚ ਚਲੇ ਜਾਣਗੇ ਪ੍ਰਮੋਟ ਹੋ ਕੇ, ਐਕਸਾਈਟ ਹੋ ਕੇ। ਤਾਂ ਇਹ ਆਪਣੇ ਕੋਲ ਫਿਰ ਹਾਈਬ੍ਰਿਡੇਸ਼ਨ ਕਿਹੜੀ ਆ ਗਈ ਇੱਥੋਂ sp3d3 ਠੀਕ ਹੈ, sp3d3। ਤਾਂ ਇਹਦੇ ਵਿੱਚ ਆਪਣੇ ਕੋਲ ਹੁਣ ਕਿੰਨੇ ਅਵੇਲੇਬਲ ਹੋ ਗਏ ਅਨਪੇਅਰਡ ਇਲੈਕਟ੍ਰੋਨ, 6 ਜ਼ੀਨੋਨ ਦੇ ਅਨਪੇਅਰਡ ਇਲੈਕਟ੍ਰੋਨ ਹੋ ਗਏ, ਠੀਕ ਹੈ। ਅਤੇ ਇੱਥੇ 6 ਫਲੋਰੀਨ ਆ ਕੇ ਆਪਣੇ ਕੋਲ ਬੌਂਡ ਬਣਾ ਲੈਣਗੇ, ਤਾਂ sp3d3 ਹਾਈਬ੍ਰਿਡੇਸ਼ਨ ਹੋ ਗਈ, ਇੱਕ ਲੋਨ ਪੇਅਰ ਪਿਆ ਹੋਇਆ। ਤਾਂ ਇਸ ਕਰਕੇ ਜ਼ੀਨੋਨ ਹੈਕਸਾਫਲੋਰਾਈਡ ਦੀ ਆਪਣੇ ਕੋਲ ਸਟਰਕਚਰ ਕੀ ਹੋ ਗਈ, ਆਹ ਵਾਲੀ ਹੋ ਗਈ ਸਟਰਕਚਰ XeF6, 6 ਬੌਂਡ ਬਣ ਗਏ ਫਲੋਰੀਨ ਦੇ ਨਾਲ ਅਤੇ ਇੱਕ ਲੋਨ ਪੇਅਰ ਪਿਆ ਹੋਇਆ, ਠੀਕ ਹੈ। ਡਿਸਟੋਰਟਿਡ ਓਕਟਾਹੈਡਰਲ ਹੋ ਗਈ। ਇਹ ਤਾਂ ਹੋ ਗਈ ਜ਼ੀਨੋਨ ਹੈਕਸਾਫਲੋਰਾਈਡ ਦੀ। ਨੈਕਸਟ ਆ ਗਈ ਜ਼ੀਨੋਨ XeO3 ਦੀ ਹਾਈਬ੍ਰਿਡੇਸ਼ਨ। ਜ਼ੀਨੋਨ ਦੀ ਤਾਂ ਸੇਮ ਹੀ ਆ ਗਈ ਕਨਫੀਗਰੇਸ਼ਨ 5s2 5p6 5d ਦੇ ਐਮਪਟੀ ਔਰਬਿਟਲਸ। ਅਤੇ ਜ਼ੀਨੋਨ ਦੀ ਐਕਸਾਈਟਿਡ ਸਟੇਟ ਕਿਹੜੀ ਆ ਗਈ, ਹੁਣ ਆਪਣੇ ਕੋਲ 3 ਆਕਸੀਜਨ ਨਾਲ ਬੌਂਡ ਬਣਾਉਣੇ ਆ ਨਾ, ਤਾਂ 3 ਇਲੈਕਟ੍ਰੋਨ ਅੱਗੇ ਪ੍ਰਮੋਟ ਹੋ ਜਾਣਗੇ D ਦੇ ਵਿੱਚ। ਪਰ ਇੱਥੇ sp3d3 ਹਾਈਬ੍ਰਿਡੇਸ਼ਨ ਨਹੀਂ ਆਉਣੀ, ਇੱਥੇ ਆਪਣੇ ਕੋਲ sp3 ਹਾਈਬ੍ਰਿਡੇਸ਼ਨ ਆਕਸੀਜਨ ਆਪਣੇ 6 ਇਲੈਕਟ੍ਰੋਨ ਕਰ ਰਿਹਾ ਇਹਦੇ ਨਾਲ ਸ਼ੇਅਰ ਜ਼ੀਨੋਨ ਦੇ ਨਾਲ। ਤਾਂ ਵਿੱਚੋਂ ਜਿਹੜੇ ਹੈਗੇ ਆ 3 ਇਲੈਕਟ੍ਰੋਨ ਤੱਕ ਕੋਵੈਲੈਂਟ ਬੌਂਡ ਬਣਾ ਰਹੇ ਆ ਆਕਸੀਜਨ ਦੇ ਨਾਲ, 3 ਆਕਸੀਜਨ ਦੇ ਨਾਲ। ਤਾਂ ਇਹ sp3 ਹਾਈਬ੍ਰਿਡੇਸ਼ਨ ਹੋ ਗਈ। ਜਿਹੜੇ 3 ਅਨਪੇਅਰਡ ਇਲੈਕਟ੍ਰੋਨ ਹੈਗੇ ਆ ਉਹ ਹਾਈਬ੍ਰਿਡੇਸ਼ਨ ਦੇ ਵਿੱਚ 3 ਵਾਲੇ ਔਰਬਿਟਲ ਹਿੱਸਾ ਨਹੀਂ ਲੈ ਰਹੇ, ਇੱਥੇ ਇਹਨਾਂ ਨਾਲ ਸਾਈਡ ਵਾਈਜ਼ ਓਵਰਲੈਪਿੰਗ ਹੋ ਰਹੀ ਹੈ। ਤਾਂ ਇਸ ਕਰਕੇ ਜ਼ੀਨੋਨ ਦੇ ਆਕਸੀਜਨ ਦੇ ਨਾਲ 3 ਪਾਈ ਬੌਂਡ ਬਣ ਰਹੇ ਹੈ, ਤਾਂ ਇਹਨੂੰ ਅਸੀਂ ਹਾਈਬ੍ਰਿਡੇਸ਼ਨ 'ਚ ਇਨਵੋਲਵ ਨਹੀਂ ਕਰਾਂਗੇ। ਤਾਂ ਇਹ ਆਪਣੇ ਕੋਲ 3 ਤਾਂ ਕੋਵੈਲੈਂਟ ਬੌਂਡ ਬਣ ਗਏ, ਠੀਕ ਹੈ। ਇੱਕ ਲੋਨ ਪੇਅਰ ਪਿਆ ਹੋਇਆ ਆਹ ਵਾਲਾ, ਇੱਕ ਲੋਨ ਪੇਅਰ ਪਿਆ ਆ ਉੱਪਰ ਆ ਗਿਆ। ਤਾਂ 3 ਆਪਣੇ ਕੋਲ ਕਿਹੜੇ ਆ ਗਏ ਕੋਵੈਲੈਂਟ ਬੌਂਡ, ਤਾਂ ਇਹ 3 ਕੋਵੈਲੈਂਟ ਬੌਂਡ ਆ ਗਏ, 3 ਕੋਵੈਲੈਂਟ ਅਤੇ 3 ਕਿਹੜੇ ਬੌਂਡ ਆ ਗਏ ਪਾਈ ਬੌਂਡ ਆ ਗਏ, ਠੀਕ ਹੈ। 3 ਪਾਈ ਬੌਂਡ, ਤਾਂ ਆਕਸੀਜਨ ਦੇ ਡਬਲ ਬੌਂਡ ਬਣ ਗਏ। ਇਹ ਆਪਣੇ ਕੋਲ ਹਾਈਬ੍ਰਿਡੇਸ਼ਨ ਨੂੰ ਕਹਾਂਗੇ sp3 ਹਾਈਬ੍ਰਿਡੇਸ਼ਨ। ਇਸੇ ਤਰ੍ਹਾਂ ਸਾਰੀਆਂ XeO4 ਦੀ ਵੀ ਇੱਦਾਂ ਹੈਗੀ ਹੈ ਕਿ ਜਿਹੜੇ ਅੱਗੋਂ ਬਣਨਗੇ ਆਪਣੇ ਕੋਲ ਜ਼ੀਨੋਨ, ਇਹਨਾਂ ਵਿੱਚ ਮਤਲਬ ਪਾਈ ਬੌਂਡ ਬਣਨਗੇ ਆਕਸੀਜਨ ਨਾਲ, ਅਤੇ ਉਹਨਾਂ ਨੂੰ ਆਪਾਂ ਹਾਈਬ੍ਰਿਡੇਸ਼ਨ ਦੇ ਵਿੱਚ ਇਨਵੋਲਵ ਨਹੀਂ ਕਰਨਾ, ਠੀਕ ਹੈ। ਜ਼ੀਨੋਨ ਅਤੇ ਆਕਸੀਜਨ ਦੇ ਜਿਹੜੇ ਕੰਪਾਊਂਡ ਹੈਗੇ ਆ, ਤਾਂ ਜਿਹੜੇ ਡਬਲ ਬੌਂਡ ਬਣਨਗੇ, ਜਿਹੜੇ D 'ਚ ਜਾਣਗੇ ਉਹਨਾਂ ਨੂੰ ਆਪਾਂ ਨਹੀਂ ਇਨਵੋਲਵ ਕਰਨਾ, ਠੀਕ ਹੈ। XeO4 ਦੇ ਵਿੱਚ ਵੀ ਕੀ ਹੋਊਗਾ ਆਪਣੇ ਕੋਲ XeO4, ਤਾਂ ਇਹਦੀ ਵੀ ਟੈਟਰਾਹੈਡਰਲ ਸਟਰਕਚਰ ਹੈਗੀ ਹੈ। ਤਾਂ ਇਹਦੇ ਵਿੱਚ ਵੀ ਜ਼ੀਨੋਨ ਦੇ 4 ਜਿਹੜੇ ਇਲੈਕਟ੍ਰੋਨ ਪ੍ਰਮੋਟ ਹੋ ਜਾਣਗੇ, ਠੀਕ ਹੈ। ਤਾਂ ਇਹ ਆਪਾਂ ਜਿਹੜੀ ਹੈਗੀ ਹੈ ਆਕਸੀਜਨ ਡਬਲ ਬੌਂਡ ਬਣਾ ਰਹੇ ਹਾਂ, ਇਸ ਕਰਕੇ ਇਹਨਾਂ ਨੂੰ ਆਪਾਂ ਹਾਈਬ੍ਰਿਡੇਸ਼ਨ 'ਚ ਨਹੀਂ ਲਵਾਂਗੇ। ਨੈਕਸਟ ਦੇਖੋ XeO2F2, ਤਾਂ ਹੁਣ ਆਕਸੀਜਨ ਨੇ ਕਿੰਨੇ ਬੌਂਡ ਬਣਾਉਣੇ ਆ, ਜ਼ੀਨੋਨ ਨੇ ਕਿੰਨੇ ਮਤਲਬ ਬੌਂਡ ਬਣਾਉਣੇ ਆ। ਜ਼ੀਨੋਨ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਗਰਾਊਂਡ ਸਟੇਟ ਤਾਂ ਵਾਲੀ ਆ ਗਈ 5s2 5p6, ਤਾਂ 5s2 ਹੁਣ ਇਹਨੇ 4 ਬੌਂਡ ਬਣਾਉਣੇ ਨਾ, 2 ਆਕਸੀਜਨ ਦੇ ਨਾਲ 2 ਫਲੋਰੀਨ ਦੇ ਨਾਲ ਬਣਾਉਣੇ ਹੈਗੇ ਆ, ਤਾਂ 2 ਡਬਲ ਬੌਂਡ ਵੀ ਹੈਗੇ ਆ। ਤਾਂ ਇਸ ਕਰਕੇ ਇਹਦੇ ਜਿਹੜੇ ਹੈਗੇ ਆ ਪ੍ਰਮੋਟ ਹੋ ਜਾਣਗੇ, ਤਿੰਨੋਂ ਦੇ ਤਿੰਨੋਂ ਇਲੈਕਟ੍ਰੋਨ ਜਿਹੜੇ ਆ ਉਹ 5d 'ਚ ਚਲੇ ਜਾਣਗੇ। ਅਤੇ ਇਹ 2 ਜਿਹੜੇ ਬੌਂਡ ਹੈ ਜ਼ੀਨੋਨ ਉਹ ਆਕਸੀਜਨ ਦੇ ਨਾਲ ਕੋਵੈਲੈਂਟ ਬੌਂਡ ਬਣਾ ਰਹੇ ਆ ਸ਼ੇਅਰਿੰਗ ਕਰਕੇ, ਅਤੇ 2 ਫਲੋਰੀਨ ਦੇ ਨਾਲ ਬਣਾ ਰਹੇ ਆ। ਤਾਂ ਹਾਈਬ੍ਰਿਡੇਸ਼ਨ ਆ ਗਈ sp3d, ਠੀਕ ਹੈ। ਤਾਂ ਜਿਹੜਾ ਇੱਕ ਮਤਲਬ ਆਹ ਵਾਲੇ ਜਿਹੜੇ 2 ਬੌਂਡ ਹੈਗੇ ਆ ਆਕਸੀਜਨ ਦੇ ਨਾਲ,
ਇਹ ਵਾਲੇ ਬੌਂਡ ਆਕਸੀਜਨ ਦੇ ਨਾਲ ਕਿਹੜੇ ਬਣਦੇ ਆ, ਪਾਈ ਬੌਂਡ ਬਣਦੇ ਆ, ਡਬਲ ਬੌਂਡ ਬਣਦੇ ਆ। ਇਹ ਉਹ ਹਾਈਬ੍ਰਿਡੇਸ਼ਨ 'ਚ ਪਾਰਟੀਸਪੇਟ ਨਹੀਂ ਕਰਦੇ। ਤਾਂ XeO2F2 XeO2F2 ਦੀ ਸਟਰਕਚਰ ਕਿੱਦਾਂ ਦੀ ਹੋ ਗਈ ਬੇਟੇ, ਇੱਦਾਂ ਦੀ ਹੋ ਗਈ। ਠੀਕ ਹੈ, 2 ਆਕਸੀਜਨ ਦੇ ਨਾਲ 2 ਡਬਲ ਬੌਂਡ ਆ ਗਏ, ਇੱਕ ਵਿੱਚ ਕੋਵਲੈਂਟ ਬੌਂਡ ਹੈ, ਇੱਕ ਪਾਈ ਬੌਂਡ ਹੈ, 2 ਫਲੋਰੀਨ ਦੇ ਨਾਲ ਕੋਵਲੈਂਟ ਬੌਂਡ ਹੋ ਗਏ, ਤੇ ਇੱਕ ਜਿਹੜਾ ਹੈਗਾ ਇਹ ਵਾਲਾ ਆਪਣੇ ਕੋਲ ਲੋਨ ਪੇਅਰ ਪਿਆ ਹੋਇਆ। ਠੀਕ ਹੈ, ਤਾਂ ਹਾਈਬ੍ਰਿਡੇਸ਼ਨ ਕਿਹੜੀ ਹੈਗੀ, sp3d, ਤੇ ਇਹ ਵਾਲੇ 2 ਪਾਈ ਬੌਂਡ ਹੋ ਗਏ। ਬੇਟੇ ਸਮਝ ਲੱਗ ਗਈ ਸਾਰਿਆਂ ਨੂੰ? ਤਾਂ ਮੈਨੂੰ ਰਿਕੁਐਸਟ ਆਈ ਸੀ ਕਿ ਸਮਝ ਨਹੀਂ ਲੱਗੀ ਰਿਟਨ 'ਚ ਸਮਝਾ ਦਿਓ। ਇਕੱਲਾ ਸ਼ਰੂਤੀ ਦਾ ਹੀ ਰਿਸਪੌਂਸ ਹੁੰਦਾ, ਬਾਕੀ ਬੱਚਿਆਂ ਦਾ ਰਿਸਪੌਂਸ ਨਹੀਂ ਹੁੰਦਾ। ਤਾਂ ਹੁਣ ਬੇਟੇ ਤੁਸੀਂ ਇਹ ਜ਼ੀਨੋਨ ਦੇ ਸਾਰੇ ਕੰਪਾਊਂਡਸ, ਸਟਰਕਚਰ, ਹਾਈਬ੍ਰਿਡੇਸ਼ਨ, ਜਿਓਮੈਟਰੀ ਸਾਰਾ ਕੁਛ ਡਰਾ ਵੀ ਕਰਨਾ, ਇਲੈਕਟ੍ਰੋਨਸ ਵੀ ਡਰਾ ਕਰਨੇ ਆ, ਹਾਈਬ੍ਰਿਡੇਸ਼ਨ ਸਾਰਾ ਕੁਝ ਤੁਸੀਂ ਇਹ ਵੈਰੀ ਇੰਪੋਰਟੈਂਟ ਸਟਰਕਚਰਸ ਹੈਗੀਆਂ, ਤੁਸੀਂ ਇਹ ਕੰਪਲੀਟ ਕਰ ਲਿਓ। ਪੀ ਬਲੋਕ ਕੰਪਲੀਟ ਹੋ ਗਿਆ ਆਪਣਾ। ਅਤੇ ਉਸ ਤੋਂ ਬਾਅਦ ਤੁਸੀਂ ਡੀ ਬਲੋਕ ਦਾ ਇੱਕ ਕੰਮ ਕਰੋ। ਡੀ ਬਲੋਕ ਐਲੀਮੈਂਟਸ ਦੇ ਤੁਸੀਂ ਸਟਰਕਚਰਸ ਸਾਰੀਆਂ ਡਰਾ ਕਰ ਲਓ। ਸੌਰੀ, ਇਲੈਕਟ੍ਰੋਨਿਕ ਕਨਫੀਗਰੇਸ਼ਨ। ਡੀ ਬਲੋਕ ਐਲੀਮੈਂਟਸ ਆਪਣੇ ਕੋਲ ਹੈਗੀ ਹੈ ਅਤੇ ਪੀ ਬਲੋਕ ਐਲੀਮੈਂਟਸ ਦੇ ਕੁਐਸਚਨ ਆਨਸਰ ਸਾਰੇ ਤੁਸੀਂ ਇਹਨਾਂ ਜ਼ੀਨੋਨ ਦੇ ਕੰਪਾਊਂਡ ਦੀਆਂ ਸਾਰੀਆਂ ਸਟਰਕਚਰ ਮੈਨੂੰ ਡਰਾ ਕਰਕੇ ਦਿਖਾਓ। ਹਾਈਬ੍ਰਿਡੇਸ਼ਨ ਲਿਖੋ, ਜਿਓਮੈਟਰੀ ਲਿਖੋ, ਇਹ ਸਾਰੇ ਤੁਹਾਨੂੰ ਇੰਟਰ ਹੈਲੋਜਨ ਕੰਪਾਊਂਡ ਅਤੇ ਜ਼ੀਨੋਨ। ਅੱਜ ਦਾ ਕੰਮ ਤੁਹਾਡਾ ਇਹ ਹੈਗਾ, ਸਾਰੇ ਬੱਚੇ ਇੰਟਰ ਹੈਲੋਜਨ ਕੰਪਾਊਂਡ ਅਤੇ ਜ਼ੀਨੋਨ ਦੀਆਂ ਸਾਰੀਆਂ ਮੈਨੂੰ ਲਿਖ ਕੇ ਵਿਖਾਓ। ਅਤੇ ਬੇਟੇ ਜੇ ਤੁਸੀਂ ਵੀਡੀਓ ਸਾਰੇ ਬੱਚੇ ਦੇਖਦੇ ਹੋ ਤਾਂ ਸਾਰੇ ਵੇਖ ਵੀ ਨਹੀਂ ਰਹੇ, 20 ਕੁ ਬੱਚੇ ਵੇਖਦੇ ਆ, ਬਾਕੀ ਤਾਂ ਲੱਗਦਾ ਸੋ ਹੀ ਗਈਆਂ, ਉਹਨਾਂ ਨੂੰ ਐ ਜਿਵੇਂ ਪੇਪਰ ਹੀ ਨਹੀਂ ਹੋਣੇ। ਪੇਪਰ ਤਾਂ ਹੋਣੇ ਹੀ ਹੈ। ਠੀਕ ਹੈ, ਤਾਂ ਡੀ ਬਲੋਕ ਐਲੀਮੈਂਟਸ ਇਹ ਵਾਲੇ ਹੈਗੇ ਆ ਜਿਹੜੇ ਐਸ ਅਤੇ ਪੀ ਦੇ ਸੈਂਟਰ 'ਚ ਹੈਗੇ, ਇਹਨਾਂ ਨੂੰ ਅਸੀਂ ਟ੍ਰਾਂਜੀਸ਼ਨ ਐਲੀਮੈਂਟਸ ਵੀ ਕਹਿੰਦੇ ਹਾਂ। ਤਾਂ ਇਹਨਾਂ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਕਿਹੜੀ ਹੈਗੀ ਹੈ, n-1 ਡੀ, ਕਿਉਂਕਿ ਜੇ ਐਸ ਐਨ ਹੈ ਤਾਂ ਇਹ ਇੱਕ ਅੰਦਰ ਹੁੰਦੇ ਆ, n-1 ਡੀ 1 to 10 ਭਰੇ ਜਾ ਰਹੇ ਹੈ। ਅਤੇ ਆਪਣੇ ਕੋਲ ਐਨ ਐਸ ਜਿਹੜਾ ਹੈਗਾ n-1 ਡੀ 1 to 10, ਐਨ ਐਸ ਦੇ ਵਿੱਚ ਕਿੰਨੇ ਇਲੈਕਟ੍ਰੋਨ ਹੋ ਸਕਦੇ ਆ, 1 ਤੋਂ ਲੈ ਕੇ 2 ਇਲੈਕਟ੍ਰੋਨ ਹੋ ਸਕਦੇ ਆ। ਤਾਂ ਇਹ ਪਹਿਲੀ ਟ੍ਰਾਂਜੀਸ਼ਨ ਸੀਰੀ ਯਾਦ ਕਰ ਲਓ, ਇਹ ਹੈਗੀ ਹੈ ਫਸਟ ਟ੍ਰਾਂਜੀਸ਼ਨ ਸੀਰੀ ਐਟੋਮਿਕ ਨੰਬਰ 21 ਤੋਂ ਲੈ ਕੇ 30 ਤੱਕ ਹੈਗੀ ਹੈ। ਸੈਕਿੰਡ ਟ੍ਰਾਂਜੀਸ਼ਨ ਸੀਰੀ ਕਿੱਥੋਂ ਹੈਗੀ ਹੈ, ਸਕੈਂਡੀਅਮ ਤੋਂ ਲੈ ਕੇ ਜ਼ਿੰਕ ਤੱਕ ਫਸਟ ਹੈਗੀ ਹੈ 21 ਤੋਂ 30। ਸੈਕਿੰਡ ਟ੍ਰਾਂਜੀਸ਼ਨ ਸੀਰੀ ਯਟਰੀਅਮ 39 ਤੋਂ ਲੈ ਕੇ, ਪਹਿਲੀ ਹੈਗੀ ਹੈ 21 to 30 ਸਕੈਂਡੀਅਮ ਤੋਂ ਲੈ ਕੇ ਜ਼ਿੰਕ ਤੱਕ। ਸੈਕਿੰਡ ਹੈਗੀ ਹੈ ਯਟਰੀਅਮ ਤੋਂ ਲੈ ਕੇ ਕੈਡਮੀਅਮ ਤੱਕ ਹੈਗੀ ਹੈ 39 to 48। ਥਰਡ ਟ੍ਰਾਂਜੀਸ਼ਨ ਸੀਰੀ 57 ਤੋਂ 80 ਹੈਗੀ ਹੈ, ਲੈਂਥੀਨਮ ਤੋਂ ਲੈ ਕੇ ਮਰਕਰੀ ਤੱਕ। ਫੋਰਥ ਟ੍ਰਾਂਜੀਸ਼ਨ ਸੀਰੀ ਜਿਹੜੀ ਹੈਗੀ ਆ ਉਹ ਕਿਹੜੀ ਹੈਗੀ ਹੈ, 89 ਤੋਂ ਲੈ ਕੇ 112 ਤੱਕ। ਤਾਂ ਇਹ ਤੁਸੀਂ ਡੀ ਬਲੋਕ ਐਲੀਮੈਂਟਸ ਆ ਗਏ। ਉਸ ਤੋਂ ਬਾਅਦ ਨੀਚੇ ਐਫ ਬਲੋਕ ਐਲੀਮੈਂਟਸ ਹੈਗੇ ਹੈ, 2 ਲਾਈਨਸ ਜਿਹੜੀਆਂ ਹੋਰੀਜੈਂਟਲ ਪਈਆਂ ਹੋਈਆਂ, ਇਹ ਐਫ ਬਲੋਕ ਐਲੀਮੈਂਟਸ ਹੈਗੇ ਹੈ। ਤਾਂ ਇਹ 58 ਤੋਂ ਲੈ ਕੇ 71 ਤੱਕ ਪਹਿਲੀ, ਇਹਨੂੰ ਇਨਰ ਟ੍ਰਾਂਜੀਸ਼ਨ ਐਲੀਮੈਂਟਸ ਕਹਿੰਦੇ ਆ। ਸੈਕਿੰਡ ਹੈਗੀ ਹੈ 90 ਤੋਂ ਲੈ ਕੇ 103 ਤੱਕ। ਤਾਂ ਇਹ ਆਪਣੇ ਕੋਲ ਆ ਗਏ। ਇੱਥੇ ਲੈਂਥੀਨਮ ਤੋਂ ਬਾਅਦ ਇਹ ਸਟਾਰਟ ਹੋ ਜਾਂਦੀ ਹੈ ਸੀਰੀਅਮ, 57 ਤੋਂ ਬਾਅਦ 72 ਹੈ ਨਾ, ਤਾਂ ਜਿਹੜੇ ਹੈ ਵਿੱਚ ਇੱਥੇ ਟ੍ਰਾਂਜੀਸ਼ਨ ਸੀਰੀ ਆਊਗੀ, ਐਫ ਬਲੋਕ ਐਲੀਮੈਂਟਸ ਆ ਜਾਣਗੇ। ਲੈਂਥੀਨਮ ਤੋਂ ਬਾਅਦ 57 58 ਸੀਰੀਅਮ ਹੋ ਗਿਆ। ਠੀਕ ਹੈ, 71 ਤੱਕ ਆ ਗਈ ਹੈ ਹਿਲਿਓਟੀਸ਼ੀਅਮ ਤੱਕ, ਫਿਰ 72 ਵਾਪਸ ਸ਼ੁਰੂ ਹੋ ਗਈ। 14 ਮਤਲਬ ਵਿੱਚੋਂ ਹੈ ਨਹੀਂ ਨਾ, 14 ਇਹ ਵਾਲੀ ਹੈਗੀ 14 ਐਫ ਬਲੋਕ ਐਲੀਮੈਂਟਸ ਲੈਂਥੇਨਾਈਟ ਸੀਰੀ ਆ ਗਈ, ਕਿਉਂਕਿ ਲੈਂਥੀਨਮ ਤੋਂ ਬਾਅਦ ਇਸ ਕਰਕੇ ਲੈਂਥੇਨਾਈਟ ਸੀਰੀਜ਼ ਜਿਹੜੀ ਆਹ ਵਾਲੀ ਹੈਗੀ ਆ ਐਕਟੀਨੀਅਮ ਤੋਂ ਬਾਅਦ, ਇਸ ਕਰਕੇ ਇਹਨੂੰ ਐਕਟੀਨਾਈਟ ਸੀਰੀਜ਼ ਬਣਦੀ ਹੈ। 89 ਹੈ, 89 ਤੋਂ ਬਾਅਦ 104 ਹੈ, ਤਾਂ 90 ਤੋਂ ਲੈ ਕੇ 103 14 ਐਲੀਮੈਂਟਸ ਇੱਥੇ ਆ ਗਏ, ਐਕਟੀਨਾਈਟ ਸੀਰੀਜ਼ ਆ ਗਈ, ਕਿਉਂਕਿ ਐਕਟੀਨੀਅਮ ਤੋਂ ਬਾਅਦ ਇਸ ਕਰਕੇ ਇਹਦਾ ਨਾਮ ਐਕਟੀਨਾਈਟ ਸੀਰੀਜ਼ ਹੈਗਾ। ਅਤੇ ਜਨਰਲ ਇਲੈਕਟ੍ਰੋਨਿਕ ਕਨਫੀਗਰੇਸ਼ਨ ਇੰਪੋਰਟੈਂਟ ਹੈ, ਇਹ ਯਾਦ ਕਰ ਲਿਓ।
ਤੇ ਫਸਟ ਟ੍ਰਾਂਜੀਸ਼ਨ ਸੀਰੀ ਕਿੱਥੋਂ ਲੈ ਕੇ ਕਿੱਥੋਂ ਤੱਕ ਹੈ, ਐਟੋਮਿਕ ਨੰਬਰ। ਸੈਕੰਡ ਟ੍ਰਾਂਜੀਸ਼ਨ ਸੀਰੀ, ਥਰਡ ਟ੍ਰਾਂਜੀਸ਼ਨ ਸੀਰੀ ਕਿੱਥੋਂ ਲੈ ਕੇ ਕਿੱਥੋਂ ਤੱਕ ਹੈ, ਫੋਰਥ ਕਿੱਥੋਂ ਲੈ ਕੇ ਕਿੱਥੋਂ ਤੱਕ ਹੈਗੀ ਹੈ। ਤਾਂ ਇਹ ਵਾਲੀਆਂ ਸਾਰੀਆਂ ਤੁਸੀਂ ਫਸਟ ਟ੍ਰਾਂਜੀਸ਼ਨ ਐਲੀਮੈਂਟ ਦੀ ਤੁਸੀਂ ਇਲੈਕਟ੍ਰੋਨਿਕ ਕਨਫੀਗਰੇਸ਼ਨ, ਠੀਕ ਹੈ। ਸੈਕੰਡ ਟ੍ਰਾਂਜੀਸ਼ਨ ਸੀਰੀ ਐਕਸੈਪਸ਼ਨਲ ਕਰ ਲਿਓ, ਇੰਪੋਰਟੈਂਟ ਹੈ। ਕ੍ਰੋਮੀਅਮ ਅਤੇ ਕਾਪਰ ਦੀ ਐਕਸੈਪਸ਼ਨਲ ਹੁੰਦੀ ਹੈ ਕਿਉਂਕਿ ਕ੍ਰੋਮੀਅਮ ਦੀ ਐਸ 'ਚ 2 ਇਲੈਕਟ੍ਰੋਨ ਹੁੰਦੇ ਆ ਨਾ, ਇੱਕ ਰਹਿ ਜਾਂਦਾ ਹੈ, ਕਾਪਰ ਦਾ ਵੀ ਇੱਕ ਰਹਿ ਜਾਂਦਾ। ਕਿਉਂਕਿ ਕ੍ਰੋਮੀਅਮ ਦੇ ਕੇਸ 'ਚ ਹਾਫ ਫੀਲਡ ਸਟੇਬਿਲਿਟੀ ਹੋ ਜਾਂਦੀ ਹੈ ਡੀ ਦੀ, ਕਾਪਰ ਦੇ ਕੇਸ ਵਿੱਚ ਫੁੱਲੀ ਫੀਲਡ ਸਟੇਬਿਲਿਟੀ ਆ ਜਾਂਦੀ ਹੈ, ਠੀਕ ਹੈ। ਇਹ ਤੁਸੀਂ ਕਰ ਲਿਓ। ਅਤੇ ਉਸ ਤੋਂ ਬਾਅਦ ਆਪਣੇ ਕੋਲ ਸੈਕਿੰਡ ਟ੍ਰਾਂਜੀਸ਼ਨ ਸੀਰੀਜ਼ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਆ ਗਈ, ਥਰਡ ਦੀ ਆ ਗਈ, ਫੋਰਥ ਦੀ ਆ ਗਈ, ਅਤੇ ਥਰਡ ਤੋਂ ਬਾਅਦ ਫੋਰਥ ਦੀ ਆ ਗਈ। ਅਤੇ ਇਹ ਤੁਸੀਂ ਬਟ ਉਸ ਤੋਂ ਬਾਅਦ ਪਿੱਛੇ ਇਸ ਤੋਂ ਬਾਅਦ ਅਗਲੀ ਨੈਕਸਟ ਵਿੱਚ ਜਿਸ ਦੀ ਹੈਗੀ ਹੈ ਐਫ ਬਲੋਕ ਐਲੀਮੈਂਟਸ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ। ਤਾਂ ਆਹ ਵਾਲਾ ਸਾਈਡ ਵਾਲਾ ਇੰਪੋਰਟੈਂਟ ਹੁੰਦਾ ਇਲੈਕਟ੍ਰੋਨਿਕ ਕਨਫੀਗਰੇਸ਼ਨ ਦਾ, ਇਹ ਤੁਸੀਂ ਜ਼ਰੂਰ ਕਰ ਲਿਓ ਇਹ ਵਾਲਾ, ਠੀਕ ਹੈ। ਅਤੇ ਇਹਨਾਂ ਤੁਸੀਂ ਅੱਜ ਕੰਮ ਕਰੋ ਜ਼ੀਨੋਨ ਦੀਆਂ ਸਟਰਕਚਰਸ, ਇੰਟਰ ਹੈਲੋਜਨ ਕੰਪਾਊਂਡਸ ਦੀਆਂ ਸਟਰਕਚਰਸ। ਇਹ ਤੁਹਾਡਾ ਟੈਸਟ ਹੈ ਅੱਜ ਦਾ, ਇੰਟਰ ਹੈਲੋਜਨ ਕੰਪਾਊਂਡਸ ਦੀਆਂ ਸਟਰਕਚਰਸ, ਜ਼ੀਨੋਨ ਦੀਆਂ ਸਟਰਕਚਰਸ, ਇਹਨਾਂ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਕੰਪਾਊਂਡਸ ਦੀ, ਹਾਈਬ੍ਰਿਡੇਸ਼ਨ, ਸਾਰਾ ਕੁਛ ਤੁਸੀਂ ਇਹ ਕੰਪਲੀਟ ਕਰਕੇ ਅਤੇ ਇਲੈਕਟ੍ਰੋਨਿਕ ਕਨਫੀਗਰੇਸ਼ਨਸ ਆਫ ਡੀ ਐਂਡ ਐਫ ਬਲੋਕ ਐਲੀਮੈਂਟਸ ਆਪਣੇ ਆਪ ਲਿਖਣੀਆਂ ਹੈਗੀਆਂ। ਇਹਨਾਂ ਤੁਸੀਂ ਕੰਮ ਕੰਪਲੀਟ ਕਰਕੇ ਮੈਨੂੰ ਅੱਜ 2 ਵਜੇ ਤੋਂ ਪਹਿਲਾਂ ਚੈੱਕ ਕਰਾਓ, ਤਾਂ ਫਿਰ ਮੈਂ ਤੁਹਾਨੂੰ ਅੱਗੋਂ ਡੀ ਬਲੋਕ ਐਲੀਮੈਂਟਸ ਪੜ੍ਹਾਉਂਗੀ, ਠੀਕ ਹੈ। ਕੋਈ ਰਿਸਪੌਂਸ ਨਹੀਂ ਸ਼ੁਰੂ ਤੋਂ ਬਿਨਾਂ ਬਾਕੀ ਬੱਚਿਆਂ ਦਾ, ਬੇਟੇ ਕਿਉਂ ਨਹੀਂ ਪੜ੍ਹਦੇ ਬਾਕੀ। ਅੱਛਾ, ਵੀਡੀਓ ਵੀ ਸਿਰਫ 20 ਕੁ ਬੱਚੇ ਦੇਖ ਰਹੇ ਆ ਮੇਰੀ, ਜਿਹੜਾ ਮੈਂ ਸਮਝਾ ਰਹੀ ਹਾਂ, ਤਾਂ ਬਾਕੀ ਕੀ ਕਰ ਰਹੀ ਹੈ, ਬਾਕੀਆਂ ਨੇ ਪੇਪਰ ਨਹੀਂ ਦੇਣੇ ਹੈਗੇ। ਜੇ ਮੈਂ ਕੋਈ ਟੈਸਟ ਦਿੰਦੀ ਹਾਂ ਉਹ ਨਹੀਂ ਦਿੰਦੀਆਂ, ਤਾਂ ਨਾ ਦੇਖ ਹੀ ਰਹੀਆਂ ਵੀਡੀਓਜ਼ ਦੇਖ ਰਹੀਆਂ ਮੇਰੀਆਂ, ਯੂਟਿਊਬ 'ਚ ਦੇਖੋ, ਉੱਥੇ ਮੈਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਮੈਨੂੰ ਪਤਾ ਲੱਗੇ ਤੁਸੀਂ ਦੇਖੀ ਹੈ, ਤਾਂ ਫਿਰ ਨਹੀਂ ਤਾਂ ਮੈਂ ਨਹੀਂ ਵੀਡੀਓਜ਼ ਬਾਕੀ ਦੀਆਂ ਪਾਊਂਗੀ ਜਾਂ ਸਮਝਾਊਂਗੀ। ਸਮਝ ਲੱਗੀ ਸਾਰਿਆਂ ਨੂੰ, ਠੀਕ ਹੈ। ਅੱਜ ਦਾ ਕੰਮ ਸਾਰੇ ਬੱਚੇ ਜਿਹੜੇ ਹੈਗੇ ਆ ਉਹ ਕੰਪਲੀਟ ਕਰਕੇ ਮੈਨੂੰ ਦਿਖਾਓ ਫਟਾਫਟ। ਇੱਕ ਹੋਰ ਕਿਸੇ ਬੱਚੇ ਨੇ ਇੱਕ ਕੁਐਸਚਨ ਪੁੱਛਿਆ ਹੋਇਆ ਸੀਗਾ ਇੰਟਰ ਹੈਲੋਜਨ ਕੰਪਾਊਂਡਸ ਦੇ ਵਿੱਚ, ਉਹਨੇ ਪੁੱਛੀ ਹੋਈ ਸੀ BRF5 ਦੀ ਹਾਈਬ੍ਰਿਡੇਸ਼ਨ। BRF5 ਦੀ ਬੇਟੇ ਸੇਮ ਹੀ ਹੈ ਜਿਹੜੀ IF5 ਦੀ ਮੈਂ ਸਮਝਾਈ ਸੀਗੀ। ਜਿਸ ਤਰ੍ਹਾਂ ਦੇਖੋ ਆਪਣੇ ਕੋਲ ਆਇਓਡੀਨ ਦੀ ਹੈ 5s2 5p5, ਬਰੋਮੀਨ ਦੀ ਆ ਜੂ 4s2 4p5, ਠੀਕ ਹੈ। ਇੱਥੇ 4d ਆ ਜੂਗਾ। ਤਾਂ ਐਕਸਾਈਟਿਡ ਸਟੇਟ ਦੇ ਵਿੱਚ 5 ਇਲੈਕਟ੍ਰੋਨ ਲਗਾਉਣੇ ਆ ਨਾ, ਤਾਂ ਆਪਾਂ ਨੂੰ 2 ਇਲੈਕਟ੍ਰੋਨ ਐਕਸਾਈਟ ਕਰਕੇ ਇੱਥੇ 5 ਇਲੈਕਟ੍ਰੋਨ ਚਾਹੀਦੇ ਆ। ਤਾਂ ਇਹ ਆਪਣੇ ਕੋਲ ਹਾਈਬ੍ਰਿਡੇਸ਼ਨ ਆ ਜੂਗੀ ਫਿਰ 4s2 ਆਹ ਵਾਲੀ, ਮਤਲਬ ਕਿੰਨੇ ਇਲੈਕਟ੍ਰੋਨ ਲੱਗਣਗੇ ਫਿਰ BRF5 ਹੈ ਨਾ, ਤਾਂ ਫਲੋਰੀਨ 5 ਲੱਗ ਜਾਣਗੇ, ਠੀਕ ਹੈ। ਹਾਈਬ੍ਰਿਡੇਸ਼ਨ ਹੋ ਜੂਗੀ sp3sp3d2, ਓਕੇ। IF5 BRF5 ਸਾਰੇ ਹੀ ਸੇਮ ਹੀ ਹੈ, ਹਾਈਬ੍ਰਿਡੇਸ਼ਨ ਸਟਰਕਚਰਸ ਸੇਮ ਹੀ ਹੋਣਗੇ ਇਹਨਾਂ ਦੀਆਂ, ਬਸ ਨਾਮ ਚੇਂਜ ਹੋ ਜਾਣਗੇ, I ਦੀ ਜਗ੍ਹਾ 'ਤੇ BR ਆ ਜਾਏਗਾ, ਠੀਕ ਹੈ, ਓਕੇ। ਕਿਸੇ ਦਾ ਡਾਊਟ ਹੋਵੇ, ਕੁਛ ਨਾ ਸਮਝ ਲੱਗੇ ਤਾਂ ਮੈਨੂੰ ਪੁੱਛ ਲਿਓ। ਅੱਜ ਦਾ ਕੰਮ ਕੰਪਲੀਟ ਕਰਕੇ ਮੈਨੂੰ ਦਿਖਾਓ 2 ਵਜੇ ਤੋਂ ਪਹਿਲਾਂ।